ਤੁਸੀਂ ਸੁਣ ਰਹੇ ਹੋ ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। 27ਵੇਂ ਭਾਗ ਵਿੱਚ ਸੁਣੋ ਵੀਅਤਨਾਮ ਦੀਆਂ ਸੁਰੰਗਾਂ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ੍ਹ ਐਂਗਲੋ ਅਮਰੀਕਨ ਸਾਮਰਾਜ ਦੀ ਹਰ ਪਾਸੇ ਚੜ੍ਹਤ ਦੀਆਂ ਕਹਾਣੀਆਂ ਮੀਡੀਆ ਅੰਦਰ ਵੇਖਣ ਅਤੇ ਪੜ੍ਹਨ ਲਈ ਲਗਾਤਾਰ ਮਿਲਦੀਆਂ ਆ ਰਹੀਆਂ ਹਨ। ਉਹ ਕਹੇ ਤਾਂ ਦਿਨ ਹੈ, ਉਹ ਇਜਾਜ਼ਤ ਦੇਵੇ ਤਾਂ ਰਾਤ ਹੈ। ਕਹਿੰਦੀਆਂ ਕਹਾਂਦੀਆਂ ਰੂਸ ਅਤੇ ਚੀਨ ਦੀਆਂ ਸਰਕਾਰਾਂ ਇਹ ਸਾਮਰਾਜ ਤੋਂ ਭੈ ਖਾਂਦੀਆਂ ਹਨ ਅਤੇ ਉਸ ਦੀਆਂ ਚਿੱਟੇ ਦਿਨ ਕਮਜ਼ੋਰ ਦੇਸ਼ਾਂ ਉੱਤੇ ਵਧੀਕੀਆਂ, ਬੰਬਾਰੀਆਂ ਅਤੇ ਤਬਾਹੀਆਂ ਵੇਖ ਕੇ ਵੀ ਚੁੱਪ ਹੀ ਰਹਿੰਦੀਆਂ ਹਨ। ਸ਼ਾਇਦ ਉਮੀਦ ਕਰਦੀਆਂ ਹਨ ਕਿ ਸਾਮਰਾਜੀ ਫੌਜਾਂ ਇੱਕੋ ਹੀ ਸਮੇਂ ਕਈ ਦੇਸ਼ਾਂ ਅੰਦਰ ਜੰਗੀ ਦਲਦਲਾਂ ਵਿੱਚ ਫਸੇ ਰਹਿਣ ਨਾਲ ਕਮਜ਼ੋਰ ਹੋ ਜਾਣ। ਸ਼ਾਇਦ ਇਹ ਵੀ ਸੋਚਦੀਆਂ ਹਨ ਕਿ ਸਾਮਰਾਜ ਦਾ ਵਿੱਤੀ ਢਾਂਚਾ ਜੰਗਾਂ ਦੇ ਬੇਅੰਤ ਖਰਚੇ ਦੇ ਨਾਲ ਢਹਿ ਢੇਰੀ ਹੋ ਜਾਵੇਗਾ। ਇਸ ਵੇਲੇ ਤਾਂ ਐਂਗਲੋ ਅਮਰੀਕਨ ਹੰਕਾਰ ਅਤੇ ਫੁੰਕਾਰ ਸਿਖਰਾਂ ਉੱਤੇ ਹੈ। ਕੁਦਰਤ ਦਾ ਅਸੂਲ ਹੈ ਕਿ ਜੋ ਵੀ ਚੀਜ਼ ਧੱਕੇ ਨਾਲ ਉੱਚੀ ਲਿਜਾਈ ਜਾਂਦੀ ਹੈ, ਇੱਕ ਦਿਨ ਤਾਂ ਉਸਨੇ ਹੇਠਾਂ ਆਉਣਾ ਹੀ ਹੈ। ਉਸਨੇ ਆਪਣੇ ਆਪ ਜਿੱਤਾਂ ਪ੍ਰਾਪਤ ਕਰਕੇ ਸ਼ਾਂਤ ਹੋਣਾ ਹੈ, ਜਾਂ ਉਸਨੇ ਜੰਗ ਅੰਦਰ ਮਾਤ ਹਾਰ ਪ੍ਰਾਪਤ ਕਰਨ ਦਾ ਤਮਗਾ ਲੈਣਾ ਹੈ। ਇਹ ਤਾਂ ਚੱਲ ਰਹੇ ਧੱਕਾ ਯੁੱਧ ਦਾ ਅੰਤ ਹੀ ਦੱਸੇਗਾ। ਇਸ ਸਮੇਂ ਉਸ ਯੁੱਧ ਨੂੰ ਯਾਦ ਕਰਨ ਨਾਲ ਰਾਹਤ ਅਤੇ ਰੌਸ਼ਨੀ ਮਿਲਦੀ ਹੈ। ਜਦੋਂ ਮਹਾਂ ਸਾਮਰਾਜ ਦੀ ਕਰੋਪੀ ਇੱਕ ਗਰੀਬੜੇ ਜਿਹੇ ਕਿਸਾਨੀ ਦੇਸ਼ ਉੱਤੇ ਆਈ ਹੋਈ ਸੀ, ਉਹ ਦੇਸ਼ ਹੈ ਵੀਅਤਨਾਮ। ਕਿੱਥੇ ਫਰਾਂਸ ਯੂਰਪ ਦੀ ਪੱਛਮੀ ਬਾਹੀ ਤੇ ਅਤੇ ਕਿੱਥੇ ਫਰਾਂਸੀਸੀ ਬਸਤੀ ਇੰਡੋ ਚਾਈਨਾ ਏਸ਼ੀਆ ਦੀ ਦੱਖਣ ਪੂਰਬੀ ਬਾਹੀ ਉੱਤੇ। ਫਰਾਂਸ ਨੇ ਪਹਿਲੀ ਰਾਜਧਾਨੀ ਬਣਾਈ ਸਾਏਗਾਨ 1887 ਤੋਂ 1901 ਅਤੇ ਦੂਜੀ ਬਣਾਈ ਹੈਨੋਈ 1902 ਤੋਂ 1954। ਕਰੀਬ 7.5 ਲੱਖ ਵਰਗ ਕਿਲੋਮੀਟਰ ਅੰਦਰ 2 ਕਰੋੜ ਤੋਂ ਵੱਧ ਲੋਕ ਫਰਾਂਸ ਦੇ ਵਿਰੁੱਧ ਬੇਅੰਤ ਆਜ਼ਾਦੀ ਦੀਆਂ ਲਹਿਰਾਂ ਉੱਠੀਆਂ ਅਤੇ ਕੁਚਲੀਆਂ ਗਈਆਂ। ਦੂਜੇ ਵਿਸ਼ਵ ਯੁੱਧ ਵਿੱਚ ਵੀਅਤਨਾਮ ਉੱਤੇ ਜਾਪਾਨੀਆਂ ਦਾ ਕਬਜ਼ਾ ਸੀ ਅਤੇ ਵਿੱਚ ਹੀ ਫਰਾਂਸ ਦੇਸ਼ ਦਾ ਸ਼ਾਸਕ ਸੀ। 1941 ਵਿੱਚ ਹੋ ਚੀ ਮਿਨ ਨੇ ਬਗਾਵਤ ਸ਼ੁਰੂ ਕੀਤੀ। ਮਾਰਚ 1945 ਵਿੱਚ ਇੱਥੇ ਜਾਪਾਨ ਨੇ ਵਿੱਚੀ ਫਰਾਂਸ ਨੂੰ ਲਾਂਭੇ ਕਰਕੇ ਬਾਓ ਦਾਈ ਨੂੰ ਹਾਕਮ ਬਣਾ ਦਿੱਤਾ। ਦੂਜੀ ਵਿਸ਼ਵ ਜੰਗ ਖਤਮ ਹੋਣ ਉੱਤੇ ਫਰਾਂਸ ਨੂੰ ਮੁੜ ਕਾਬਜ ਹੋਣ ਦਾ ਹੱਕ ਮਿਲ ਗਿਆ। ਅਗਸਤ 1945 ਵਿੱਚ ਹੋ ਚੀ ਮਿਨ ਦੇ ਗੋਰੀਲਿਆਂ ਨੇ ਹੈਨੋਈ ਉੱਤੇ ਕਬਜ਼ਾ ਕਰਕੇ ਸਰਕਾਰ ਬਣਾ ਲਈ। ਹੋ ਚੀ ਮਿਨ ਦੀ ਨਵੀਂ ਸਰਕਾਰ ਦਾ ਐਲਾਨ ਐਨ ਉਹਨਾਂ ਲੀਹਾਂ ਉੱਤੇ ਸੀ ਜੋ 1776 ਵਿੱਚ ਅਮਰੀਕਾ ਦੀ ਆਜ਼ਾਦੀ ਵੇਲੇ ਐਲਾਨਿਆ ਗਿਆ ਸੀ। ਵੀਅਤਨਾਮੀ ਜਮਹੂਰੀ ਰਿਪਬਲਿਕ ਦਾ ਐਲਾਨ ਅਮਰੀਕੀ ਪ੍ਰਧਾਨ ਹੈਰੀ ਟਰੂਮੈਨ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਹੋ ਚੀ ਮਿਨ ਦੀਆਂ ਸਭ ਬੇਨਤੀਆਂ ਠੁਕਰਾਈਆਂ ਗਈਆਂ। ਚਿਆਂਗ ਕਾਈ ਸ਼ੈਕ ਦੀਆਂ ਨੈਸ਼ਨਲਿਸਟ ਚੀਨੀ ਫੌਜਾਂ ਨੇ ਗਿਣਤੀ 1.5 ਲੱਖ ਹੈਨੋਈ ਸ਼ਹਿਰ ਅਤੇ ਕੁੱਲ ਆਲਾ ਦੁਆਲਾ ਲੁੱਟ ਲਿਆ। ਖਿਆਲ ਹੈ ਕਿ ਚਿਆਂਗ ਕਾਈ ਸ਼ੈਕ ਦੀ ਫੌਜ ਅਮਰੀਕਾ ਦੇ ਇਸ਼ਾਰੇ ਉੱਤੇ ਆਈ ਸੀ। ਝੱਟ ਪਿੱਛੋਂ ਅਕਤੂਬਰ 1945 ਵਿੱਚ ਫਰਾਂਸ ਦੀ 35,000 ਫੌਜ ਜਰਨੈਲ ਫਿਲਿਪ ਲਕਲਰਕ ਦੀ ਅਗਵਾਈ ਹੇਠ ਪਹੁੰਚ ਗਈ ਅਤੇ ਆਉਂਦਿਆਂ ਹੀ ਸਾਏਗਾਨ ਅੰਦਰੋਂ ਵੀਅਤਨਾਮੀ ਗੋਰੀਲਿਆਂ ਨੂੰ ਕੱਢਣ ਵਿੱਚ ਕਾਮਯਾਬ ਹੋਈ। ਨੈਸ਼ਨਲਿਸਟ ਚੀਨੀ ਵਾਪਸ ਪਰਤ ਗਏ। ਹੋ ਚੀ ਮਿਨ ਦੀਆਂ ਵੀਅਤਨਾਮ ਨੂੰ ਆਜ਼ਾਦ ਕਰਾਉਣ ਲਈ ਯੂਰਪ ਅੰਦਰ ਕੁੱਲ ਗੱਲਾਂ ਬਾਤਾਂ ਫੇਲ ਹੋ ਗਈਆਂ। ਫਰਾਂਸ ਨੇ ਬਾਓ ਦਾਈ ਕਠਪੁਤਲੇ ਨੂੰ ਇੱਕ ਵਾਰ ਫੇਰ ਦੱਖਣੀ ਵੀਅਤਨਾਮ ਦਾ ਮੁਖੀਆ ਬਣਾ ਦਿੱਤਾ। ਜਨਵਰੀ 1950 ਵਿੱਚ ਕਮਿਊਨਿਸਟ ਚੀਨ ਨੇ, ਜੋ ਹੁਣੇ ਹੀ ਹੋਂਦ ਵਿੱਚ ਆਇਆ ਸੀ, ਉੱਤਰੀ ਵੀਅਤਨਾਮ ਦੀ ਹੋ ਚੀ ਮਿਨ ਸਰਕਾਰ ਨੂੰ ਮਾਨਤਾ ਦੇ ਦਿੱਤੀ। ਚੀਨ ਵੱਲੋਂ ਹਥਿਆਰਾਂ ਦਾ ਹੜ੍ਹ ਪਹੁੰਚ ਗਿਆ। ਉੱਤਰੀ ਵੀਅਤਨਾਮ ਦੇ ਜਰਨੈਲ ਗਿਆਪ ਨੇ ਗੁਰੀਲੇ ਲੜਾਕਿਆਂ ਤੋਂ ਇੱਕ ਸਧਾਰਨ ਫੌਜ ਤਿਆਰ ਕਰ ਦਿੱਤੀ। ਫਰਾਂਸ ਅਤੇ ਵੀਅਤਨਾਮੀਆਂ ਵਿਚਕਾਰ ਜੰਗ ਛਿੜ ਗਈ। ਇੱਕ ਪਾਸੇ ਪੂਰਨ ਰੂਪ ਵਿੱਚ ਮਦਦ ਅਮਰੀਕਾ ਵੱਲੋਂ ਅਤੇ ਦੂਜੇ ਪਾਸੇ ਚੀਨ ਵੱਲੋਂ। ਚੱਲ ਲੜਾਈ ਮਈ 7, 1954 ਤੱਕ
ਜਦੋਂ ਫਰਾਂਸ ਦੀ ਫੌਜ ਨੇ ਹਾਰ ਮੰਨ ਕੇ ਹਥਿਆਰ ਸੁੱਟ ਦਿੱਤੇ। ਇਹ ਹਾਰ ਹੋਈ ਵੀਅਤਨਾਮ ਦੇ ਉੱਤਰ ਵਿੱਚ ਹੈਨੋਈ ਦੇ ਨੇੜੇ। ਵੀਅਤਨਾਮ ਬੜਾ ਲੰਬਾ ਦੇਸ਼ ਹੈ, ਕਰੀਬ 1000 ਮੀਲ, ਪਰ ਚੌੜਾਈ ਵਿੱਚ ਘੱਟ ਹੈ। ਕਾਫੀ ਹਿੱਸੇ ਵਿੱਚ ਕੇਵਲ 25-30 ਮੀਲ। ਉਹਨਾਂ ਦਿਨਾਂ ਵਿੱਚ ਹੈਨੋਈ ਤੋਂ ਸਾਏਗਾਨ ਪਹੁੰਚਣ ਵਿੱਚ ਇੱਕ ਫੌਜੀ ਨੂੰ ਕੋਈ 6 ਮਹੀਨੇ ਲੱਗ ਜਾਂਦੇ ਸਨ। ਰੇਲਾਂ ਸੜਕਾਂ ਨਹੀਂ ਸਨ। ਬਾਹਰਲੇ ਦੇਸ਼ ਦੀ ਨੇਵੀ ਕਿਤੇ ਵੀ ਝੱਟ ਪਹੁੰਚ ਜਾਂਦੀ ਸੀ। ਹੋ ਚੀ ਮਿੰਨ ਨੇ ਸਭ ਤੋਂ ਪਹਿਲਾਂ ਉੱਤਰ ਤੋਂ ਦੱਖਣ ਦੇ ਰਸਤੇ ਸੁਖਾਲੇ ਕੀਤੇ ਤਾਂ ਜੋ ਫੌਜੀ ਜਥੇ ਲੰਮਾ ਸਫ਼ਰ 1 ਮਹੀਨੇ ਵਿੱਚ ਮੁਕਾ ਲੈਣ। ਰਸਤੇ ਪਹਾੜਾਂ ਅਤੇ ਜੰਗਲਾਂ ਵਿੱਚੋਂ ਲੰਘਦੇ ਸਨ। ਉੱਤਰੀ ਵੀਅਤਨਾਮ ਦੇ ਫੌਜੀਆਂ ਅਤੇ ਦੱਖਣੀ ਵੀਅਤਨਾਮ ਅੰਦਰ ਗੁਰੀਲਿਆਂ ਦੇ ਠਹਿਰਨ, ਰੁਕਣ ਅਤੇ ਰਹਿਣ ਲਈ ਟਿਕਾਣੇ ਕਿੱਥੇ ਸਨ? ਉਹ ਸਨ ਜੰਗਲਾਂ ਅੰਦਰ ਜਾਂ ਧਰਤੀ ਦੇ ਹੇਠਾਂ ਸੁਰੰਗਾਂ ਵਿੱਚ। ਫਰਾਂਸ ਦੇ ਨਾਲ ਲੜਾਈ ਵਿੱਚ ਵੀਅਤਨਾਮੀਆਂ ਨੇ ਸੁਰੰਗਾਂ ਪੁੱਟਣ ਵਿੱਚ ਅੰਤਾਂ ਦੀ ਮੁਹਾਰਤ ਹਾਸਲ ਕੀਤੀ ਹੋਈ ਸੀ। ਡਿਨ ਬਿਨ ਫੂ ਹਵਾਈ ਅੱਡੇ, ਜਿੱਥੇ ਫਰਾਂਸ ਨੇ ਮਹਾਂਪੱਕੀ ਮੋਰਚਾਬੰਦੀ ਕੀਤੀ ਹੋਈ ਸੀ ਅਤੇ ਜਿੱਥੇ ਇੱਕ ਚਿੜੀ ਵੀ ਨਹੀਂ ਸੀ ਫਟਕ ਸਕਦੀ। ਵੀਤਮਿਨ ਦੀਆਂ ਸੁਰੰਗਾਂ ਨੇ ਉਹਨਾਂ ਨੂੰ ਹਵਾਈ ਅੱਡੇ ਅੰਦਰ ਪਹੁੰਚਾ ਕੇ ਫਰਾਂਸੀਸੀਆਂ ਨੂੰ ਹੱਕੇ ਬੱਕੇ ਕਰ ਦਿੱਤਾ। ਹਾਰ ਮੰਨਣ ਤੋਂ ਬਿਨਾਂ ਉਹਨਾਂ ਕੋਲ ਕੋਈ ਰਸਤਾ ਨਹੀਂ ਸੀ। ਫਰਾਂਸ ਦੀ ਕੁੱਲ ਸੈਨਾ ਇਸ ਅੱਡੇ ਉੱਤੇ ਆਪਣੀ ਕਿਸਮਤ ਦਾਅ ਉੱਤੇ ਲਾ ਕੇ ਬੈਠੀ ਹੋਈ ਸੀ। ਜਨੀਵਾ ਸਮਝੌਤਾ ਹੋਇਆ। ਵੀਅਤਨਾਮ 2 ਹਿੱਸਿਆਂ ਵਿੱਚ ਵੰਡਿਆ ਗਿਆ। ਸਮਝੌਤੇ ਅਨੁਸਾਰ 2 ਸਾਲਾਂ ਪਿੱਛੋਂ ਦੇਸ਼ ਸਾਂਝਾ ਕਰਨ ਲਈ ਇਲੈਕਸ਼ਨ ਹੋਣੀ ਸੀ, ਪਰ ਅਮਰੀਕਾ ਨੇ ਇਲੈਕਸ਼ਨ ਨੂੰ ਰੋਕਿਆ ਕਿਉਂਕਿ ਹੋ ਚੀ ਮਿੰਨ ਦੀ ਜਿੱਤ ਯਕੀਨੀ ਸੀ। ਉਧਰ 8 ਸਾਲ ਜੰਗਲਾਂ ਅੰਦਰ ਰਹਿ ਕੇ ਲੜਨ ਵਾਲੇ ਹੋ ਚੀ ਮਿੰਨ ਦੀ ਹਕੂਮਤ ਹੈਨੋਈ ਵਿੱਚ ਬਣੀ ਤਾਂ ਦੱਖਣੀ ਵੀਅਤਨਾਮ ਅੰਦਰ ਅਮਰੀਕਾ ਆਪਣਾ ਇੱਕ ਈਸਾਈ ਹੱਥ ਠੋਕਾ ਨਗੋ ਡਿਨ ਡੈਮ ਲੈ ਆਇਆ, ਜਦ ਕਿ ਬਹੁਤਾ ਦੇਸ਼ ਬੋਧੀਆਂ ਦਾ ਹੈ। ਉੱਤਰੀ ਵੀਅਤਨਾਮ ਅੰਦਰੋਂ ਕਰੀਬ 10 ਲੱਖ ਈਸਾਈਆਂ ਨੂੰ ਦੱਖਣੀ ਵੀਅਤਨਾਮ ਵਿੱਚ ਆਉਣ ਲਈ ਉਤਸ਼ਾਹਤ ਕੀਤਾ ਗਿਆ। ਦੱਖਣ ਵਿੱਚੋਂ 90,000 ਕਮਿਊਨਿਸਟ ਉੱਤਰ ਨੂੰ ਚਲੇ ਗਏ, ਪਰ ਕਰੀਬ 10,000 ਵੀਤਮਿਨ ਨੂੰ ਹਦਾਇਤ ਸੀ ਕਿ ਉਹ ਚੁੱਪਚਾਪ ਆਪਣੀ ਥਾਂ ਤੇ ਟਿਕੇ ਰਹਿਣ। ਜਨਵਰੀ 1955 ਤੋਂ ਦੱਖਣੀ ਵੀਅਤਨਾਮ ਨੂੰ ਸਿੱਧੀ ਅਮਰੀਕੀ ਸਹਾਇਤਾ ਮਿਲਣੀ ਸ਼ੁਰੂ ਹੋ ਗਈ। ਜਿਉਂ-ਜਿਉਂ ਸਮਾਂ ਬੀਤਿਆ, ਇੱਕ ਤੋਂ ਪਿੱਛੋਂ ਦੂਜਾ ਪ੍ਰਧਾਨ ਥਾਪੀਦਾ ਗਿਆ। ਈਸਾਈ ਪ੍ਰਧਾਨਾਂ ਨੇ ਬੋਧੀ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦਾ ਸਿਲਸਿਲਾ ਸ਼ੁਰੂ ਕਰਕੇ ਵੀਤਮਿਨ ਦੇ ਹੱਥ ਪੱਕੇ ਕਰਨੇ ਸ਼ੁਰੂ ਕਰ ਦਿੱਤੇ। ਜਨਵਰੀ 1957 ਵਿੱਚ ਸੋਵੀਅਤ ਰੂਸ ਨੇ ਵੀਅਤਨਾਮ ਨੂੰ ਉੱਤਰੀ ਅਤੇ ਦੱਖਣੀ ਭਾਗਾਂ ਵਿੱਚ ਸਦਾ ਲਈ ਵੰਡਣ ਦੀ ਸਲਾਹ ਰੱਖੀ। ਅਮਰੀਕਾ ਨੇ ਕਿਹਾ ਕਿ ਉਹ ਕਮਿਊਨਿਸਟ ਉੱਤਰੀ ਵੀਅਤਨਾਮ ਨੂੰ ਕਦਾਚਿਤ ਮਾਨਤਾ ਨਹੀਂ ਦੇਵੇਗਾ। ਮਾਰਚ 1959 ਵਿੱਚ ਉੱਤਰੀ ਅਤੇ ਦੱਖਣੀ ਵੀਅਤਨਾਮ ਵਿਚਕਾਰ ਜੰਗ ਸ਼ੁਰੂ ਹੋ ਗਈ। ਅਮਰੀਕਾ ਵੱਲੋਂ ਕਿੰਨੀ ਵੀ ਫੌਜੀ ਮਦਦ ਜਾਂ ਸਲਾਹਕਾਰੀ ਆਉਂਦੀ, ਦੱਖਣੀ ਵੀਅਤਨਾਮ ਦੀ ਹਾਰ ਨਿਸ਼ਚਿਤ ਸੀ। ਮਈ 1961 ਤੋਂ ਅਮਰੀਕਾ ਨੇ ਆਪਣੇ ਫੌਜੀ ਵੀਅਤਨਾਮ ਭੇਜਣੇ ਸ਼ੁਰੂ ਕੀਤੇ। 10 ਸਾਲ ਪਹਿਲਾਂ ਅਮਰੀਕਾ ਉੱਤਰੀ ਕੋਰੀਆ ਦੇ ਨਾਲ ਭਿੜ ਚੁੱਕਾ ਸੀ, ਜਿਸ ਵਿੱਚ ਨਤੀਜਾ ਬਰਾਬਰ ਰਿਹਾ ਸੀ। ਅਗਲੇ 10 ਸਾਲਾਂ ਅੰਦਰ ਅਮਰੀਕਾ ਨੇ ਆਪਣੀ ਫੌਜ ਨੂੰ ਅਤ ਆਧੁਨਿਕ ਬਣਾ ਲਿਆ ਸੀ। ਅਜਿਹੇ ਹਥਿਆਰ ਵੀ ਤਿਆਰ ਕਰ ਲਏ ਸਨ ਜਿਨ੍ਹਾਂ ਦੀ UN ਵੱਲੋਂ ਮਨਾਹੀ ਸੀ। ਨੇਪਾਮ ਬੰਬ ਅਤੇ ਬੂਟਿਆਂ ਦੇ ਅਤੇ ਧਰਤੀ ਦੇ ਮੋਹਲਕ ਜ਼ਹਿਰ ਵੀ ਤਿਆਰ ਸਨ। ਅਮਰੀਕਾ ਵੱਲੋਂ ਪਹਿਲਾਂ ਸਲਾਹਕਾਰਾਂ ਅਤੇ ਹਥਿਆਰਾਂ ਨਾਲ ਦੱਖਣੀ ਵੀਅਤਨਾਮ ਦੀ ਸਹਾਇਤਾ ਵਧਾਈ ਗਈ, ਫਿਰ ਖੁੱਲ੍ਹੇ ਤੌਰ ਤੇ ਜੰਗ ਵਿੱਚ ਸ਼ਰੀਕ ਹੋ ਗਿਆ। ਜਦੋਂ ਜੰਗ ਜੋਬਨ ਉੱਤੇ ਸੀ ਤਾਂ ਅਮਰੀਕਾ ਅੰਦਰ ਅਤੇ ਉੱਤਰੀ ਵੀਅਤਨਾਮ ਅੰਦਰ ਦੋਹਾਂ ਦੇਸ਼ਾਂ ਵਿੱਚ ਲਾਜ਼ਮੀ ਲਾਮਬੰਦੀ ਭਰਤੀ ਸ਼ੁਰੂ ਹੋ ਗਈ। ਲੜਾਈ 1975 ਤੱਕ ਚੱਲੀ। ਇਸ ਅੰਦਰ ਕੋਈ ਕਰੀਬ 50,000 ਅਮਰੀਕੀ ਫੌਜੀ ਮਰੇ। ਵੀਅਤਨਾਮੀਆਂ ਵੱਲੋਂ ਸ਼ਹਿਰੀਆਂ ਨੂੰ ਮਿਲਾ ਕੇ ਕੋਈ 35 ਲੱਖ ਭਾਵ 7 ਗੁਣਾ ਮੌਤਾਂ ਹੋਈਆਂ। ਇੰਨੀਆਂ ਮੌਤਾਂ ਦਾ ਮੁੱਖ ਕਾਰਨ ਸੀ ਅੰਧਾਧੁੰਦ ਬੰਬਾਰੀ। ਵੀਅਤਨਾਮ ਨੂੰ ਛੱਡੋ, ਗੁਆਂਢੀ ਦੇਸ਼ਾਂ ਲੋਇਸ ਅਤੇ ਕੰਬੋਡੀਆ ਅੰਦਰ ਵੀ ਲੱਖਾਂ ਸ਼ਹਿਰੀ ਬੰਬਾਰੀ ਦਾ ਸ਼ਿਕਾਰ ਹੋਏ। ਪੂਰੀ ਵੀਅਤਨਾਮ ਜੰਗ ਅੰਦਰ 80 ਲੱਖ ਟਨ ਬੰਬ ਸੁੱਟੇ ਗਏ, ਜੋ ਦੂਜੀ ਵਿਸ਼ਵ ਜੰਗ ਅੰਦਰ ਕੁੱਲ ਬੰਬਾਰੀ ਦੇ ਨਾਲੋਂ
4 ਗੁਣਾ ਜ਼ਿਆਦਾ ਹਨ। ਜ਼ਮੀਨੀ ਲੜਾਈ ਵਿੱਚ ਬੇਅੰਤ ਹੈਲੀਕਾਪਟਰ ਅਤੇ ਟੈਂਕਾਂ ਦੀ ਵਰਤੋਂ ਹੋਈ। ਕੁੱਲ ਦੇਸ਼ ਅੰਦਰ 5 ਲੱਖ ਤੋਂ ਵੱਧ ਅਮਰੀਕੀ ਫੌਜਾਂ ਦੀ ਕਾਰਵਾਈ ਲਈ ਬੇਅੰਤ ਅੱਡੇ ਸਨ। ਇਸ ਮਾਰੂ ਜੰਗ ਵਿੱਚ ਵੀਅਤਨਾਮੀ ਗੂਕ ਭਾਵ ਕਿਸਾਨ ਬੱਚੇ ਔਰਤਾਂ ਨੂੰ ਗੋਲੀਆਂ ਨਾਲ ਉਡਾ ਦੇਣ ਲਈ ਕਿਸੇ ਬਹਾਨੇ ਦੀ ਲੋੜ ਨਹੀਂ ਹੁੰਦੀ ਸੀ। ਖਿਆਲ ਸੀ ਜਿੰਨੇ ਵੀ ਪੇਂਡੂ ਮਰ ਜਾਣਗੇ ਵੀਤਕਾਂਗ ਦਾ ਜ਼ੋਰ ਘਟੇਗਾ। ਏਡੀ ਲੰਬੀ ਜੰਗ ਦੀ ਸੰਖੇਪ ਕਹਾਣੀ ਦਾ ਮੰਤਵ ਸੀ ਪਾਠਕ ਨੂੰ ਇੱਕ ਅਜਿਹੀ ਜੰਗ ਦੀ ਤਸਵੀਰ ਵਿਖਾਉਣੀ ਜੋ ਧਰਤੀ ਦੇ ਉੱਪਰ ਹੀ ਨਹੀਂ ਬਲਕਿ ਹੇਠੋਂ ਵੀ ਲੜੀ ਜਾ ਰਹੀ ਸੀ। ਜੇ ਧਰਤੀ ਦੇ ਉੱਪਰ ਹਰ ਸਮੇਂ ਮੌਤ ਦਾ ਭੈ ਸੀ ਤਾਂ ਧਰਤੀ ਮਾਂ ਦਾ ਪੇਟ ਇੱਕ ਅਜਿਹੀ ਥਾਂ ਸੀ ਜਿੱਥੇ ਵੀਤਕਾਂਗ ਗੁਰੀਲੇ ਲੜਾਕੇ ਸਾਹ ਲੈ ਸਕਦੇ ਸਨ। ਜਿਨ੍ਹਾਂ ਇਲਾਕਿਆਂ ਵਿੱਚ ਅਮਰੀਕਨ ਫੌਜਾਂ ਦਾ ਦਿਨ ਵੇਲੇ ਕੰਟਰੋਲ ਹੁੰਦਾ ਸੀ ਉੱਥੇ ਹੀ ਰਾਤ ਵੇਲੇ ਵੀਤਕਾਂਗ ਦਾ ਕਬਜ਼ਾ ਹੁੰਦਾ ਸੀ। ਆਓ ਵੇਖੀਏ ਧਰਤੀ ਮਾਂ ਦੇ ਅੰਦਰ ਇਹ ਚਮਤਕਾਰ ਕੀ ਸੀ। ਧਰਤੀ ਹੇਠਾਂ ਲੁਕਣ ਲਈ ਬੇਅੰਤ ਥਾਵਾਂ ਉੱਤੇ ਸੁਰੰਗਾਂ ਦੇ ਜਾਲ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਉੱਘਾ ਸੀ ਕੂਚੀ ਸੁਰੰਗਾਂ। ਅੱਜ ਕੂਚੀ ਸੁਰੰਗਾਂ ਬਾਹਰੋਂ ਆਏ ਮਹਿਮਾਨਾਂ ਲਈ ਇੰਝ ਹੀ ਹਨ ਜਿਵੇਂ ਅੰਮ੍ਰਿਤਸਰ ਆਏ ਟੂਰਿਸਟ ਲਈ ਜਲਿਆਂਵਾਲਾ ਬਾਗ ਹੈ। ਜਲਿਆਂਵਾਲਾ ਬਾਗ ਵਿੱਚ ਨਿਹੱਥੇ ਲੋਕਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ। ਕੂਚੀ ਯੋਧਿਆਂ ਦੀ ਛੁਪਣ ਧਰਤੀ ਸੀ। ਇਹ ਥਾਂ ਸਾਈਗਾਨ ਹੁਣ ਹੋ ਚੀ ਮਿਨ ਸ਼ਹਿਰ ਦੇ 70 ਕਿਲੋਮੀਟਰ ਉੱਤਰ ਪੱਛਮ ਵੱਲ ਹੈ। ਕੂਚੀ ਸੁਰੰਗਾਂ ਕਰੀਬ 200 ਕਿਲੋਮੀਟਰ ਲੰਬੀਆਂ ਹਨ। ਇਹਨਾਂ ਦਾ ਇੱਕ ਸ਼ਾਹਰਾਹ ਹੈ ਜਿੱਥੋਂ ਕਈ ਪਾਸੇ ਰਸਤੇ, ਲੁਕਣ ਥਾਵਾਂ, ਬਸੇਰੇ ਅਤੇ ਹੋਰਨਾਂ ਸੁਰੰਗਾਂ ਨੂੰ ਰਸਤੇ ਜਾਂਦੇ ਹਨ। 1968 ਦੇ ਨਵੇਂ ਸਾਲ ਦੇ ਸਾਈਗਾਨ ਉੱਤੇ ਹਮਲੇ ਇੱਥੋਂ ਹੀ ਸ਼ੁਰੂ ਕੀਤੇ ਗਏ ਸਨ। ਸੁਰੰਗਾਂ ਅੱਧੇ ਤੋਂ 1 ਮੀਟਰ ਚੌੜੀਆਂ ਹਨ, ਜਿਨ੍ਹਾਂ ਵਿੱਚ ਕੋਡੇ ਹੋ ਕੇ ਹੀ ਲੰਘਿਆ ਜਾ ਸਕਦਾ ਹੈ ਜਾਂ ਬਹੁਤ ਝੁਕ ਕੇ ਜਾਂ ਰੀਂਗ ਕੇ। ਅੱਜ ਕੱਲ੍ਹ ਸੁਰੰਗਾਂ ਦੇ ਕੁਝ ਹਿੱਸੇ ਖੁੱਲ੍ਹੇ ਕੀਤੇ ਗਏ ਹਨ ਤਾਂ ਜੋ ਵੇਖਣ ਆਏ ਮਹਿਮਾਨਾਂ ਨੂੰ ਘਬਰਾਹਟ ਨਾ ਹੋਵੇ। ਸੁਰੰਗਾਂ ਧਰਤੀ ਤੋਂ 3 ਤੋਂ 4 ਮੀਟਰ ਡੂੰਘੀਆਂ ਹਨ। ਇੰਨੀ ਮੋਟੀ ਧਰਤੀ ਦੀ ਤਹਿ ਇੱਕ 50 ਟਨ ਦੇ ਟੈਂਕ ਨੂੰ ਸਹਾਰ ਸਕਦੀ ਹੈ ਅਤੇ ਹਲਕੀਆਂ ਤੋਪਾਂ ਦੇ ਗੋਲਿਆਂ ਦਾ ਵੀ ਅਸਰ ਨਹੀਂ ਹੁੰਦਾ। ਇਸ ਸੁਰੰਗ ਜਾਲ ਵਿੱਚ ਸੌਣ ਦੇ ਟਿਕਾਣੇ, ਮੀਟਿੰਗ ਕਮਰੇ ਅਤੇ ਹਸਪਤਾਲ ਵੀ ਸਨ ਅਤੇ ਮੇਲ ਜੋਲ ਦੇ ਕਮਰੇ ਵੀ। ਕੂਚੀ ਸੁਰੰਗਾਂ ਨੂੰ ਵੇਖ ਕੇ ਪਤਾ ਚੱਲਦਾ ਹੈ ਕਿ ਇੰਨੀ ਲੰਬੀ ਗੁਰੀਲਾ ਜੰਗ ਕਿਵੇਂ ਲੜੀ ਜਾ ਸਕੀ। ਇਹ ਵੀ ਪਤਾ ਲੱਗਦਾ ਹੈ ਕਿ ਵੀਅਤਨਾਮੀ ਕਿਸਾਨ ਬੜੇ ਹੁਸ਼ਿਆਰ ਅਤੇ ਕਾਢੂ ਲੜਾਕੇ ਸਨ। ਸੁਰੰਗਾਂ ਵਾਲਾ ਇਲਾਕਾ ਤਾਂ ਵਿਖਾਈ ਹੀ ਨਹੀਂ ਸੀ ਦਿੰਦਾ। ਜੰਗ ਅੰਦਰ ਗੁਰੀਲਿਆਂ ਦਾ ਇਹ ਇੱਕ ਵੱਡਾ ਹਥਿਆਰ ਸੀ। ਜੰਗ ਖਤਮ ਹੋਣ ਪਿੱਛੋਂ ਹੀ ਅਮਰੀਕਨਾਂ ਨੂੰ ਇਹਨਾਂ ਦੀ ਹੋਂਦ ਦਾ ਠੀਕ ਪਤਾ ਲੱਗਾ। ਇਹ ਸੁਰੰਗਾਂ ਚਿਰ ਪਹਿਲਾਂ ਮਾਰੂ ਫਰਾਂਸੀਸੀ ਫੌਜਾਂ ਤੋਂ ਬਚਣ ਲਈ ਖੇਤੀ ਕਾਮਿਆਂ ਦਾ ਹਥਿਆਰ ਸਨ, ਜੋ 1947 ਤੋਂ 1950 ਤੱਕ ਪੁੱਟੀਆਂ ਗਈਆਂ ਸਨ। ਪਲਾਨ ਬਿਲਕੁਲ ਸਿੱਧੀ ਸੀ, ਦੁਸ਼ਮਣ ਦੇ ਨਾਲ ਛੋਟੀ ਜੀ ਟੱਕਰ ਲਵੋ ਅਤੇ ਇੱਕਦਮ ਗਾਇਬ ਹੋ ਜਾਵੋ। ਦੁਸ਼ਮਣ ਪਰੇਸ਼ਾਨੀ ਵਿੱਚ ਡੁੱਬ ਜਾਂਦਾ ਸੀ। ਫਰਾਂਸੀਸੀਆਂ ਪਿੱਛੋਂ ਅਮਰੀਕਾ ਵੀ ਭੰਬਲ ਭੂਸੇ ਵਿੱਚ ਫਸੇ ਰਹੇ ਕਿ ਇਹ ਵੀਅਤਨਾਮੀ ਕਿੱਧਰ ਖੁਰ ਜਾਂਦੇ ਨੇ। ਅਖੀਰ ਇਹ ਸੋਚ ਲੈਂਦੇ ਕਿ ਸ਼ਾਇਦ ਮੇਕਾਂਗ ਦਰਿਆ ਦੇ ਮੁਹਾਨੇ ਕੋਲ ਹਨੇਰੇ ਦੀ ਆੜ ਵਿੱਚ ਲੁਕ ਜਾਂਦੇ ਨੇ। ਜਵਾਬ ਅਸਲ ਵਿੱਚ ਸੀ ਉਹਨਾਂ ਦੇ ਕਦਮਾਂ ਦੇ ਹੇਠ ਮੀਲੋ ਮੀਲ ਲੰਬੀਆਂ ਸੁਰੰਗਾਂ ਦਾ ਜਾਲ। ਫਰਾਂਸੀਸੀਆਂ ਦੇ ਜਾਣ ਅਤੇ ਅਮਰੀਕਨਾਂ ਦੇ ਆਉਣ ਵਿਚਲੇ ਸਮੇਂ ਵਿੱਚ ਸੁਰੰਗਾਂ ਦੀ ਦੇਖਭਾਲ ਬੰਦ ਹੋ ਗਈ, ਪਰ ਕੁਦਰਤੀ ਤੌਰ ਤੇ ਮੋਟੀ ਅਤੇ ਪੀਡੀ ਜ਼ਮੀਨ ਨੇ ਆਸਰਾ ਦੇਈ ਰੱਖਿਆ। ਧਰਤੀ ਮਾਂ ਦੀ ਗੋਦ ਅੰਦਰ ਨਿਰੇ ਪੁਰੇ ਘੁਰਨੇ ਹੀ ਨਹੀਂ ਸਨ, ਬਲਕਿ ਉੱਥੇ ਫੌਲਾਦੀ ਇਰਾਦੇ ਅਤੇ ਨਫ਼ਰਤ ਦਾ ਗੜ੍ਹ ਸੀ। ਇੰਜ ਸਮਝੋ ਕਿ ਅਮਰੀਕਨਾਂ ਦੇ ਨੱਕ ਥੱਲੇ ਵੀਅਤਨਾਮੀ ਮੁਕਤੀ ਫੌਜ ਦਾ ਪ੍ਰਮੁੱਖ ਅੱਡਾ ਸੀ। ਅਮਰੀਕਨਾਂ ਨੂੰ ਸਮਝ ਨਹੀਂ ਸੀ ਪੈਂਦੀ ਕਿ ਹਮਲਾਵਰ ਕਿੱਧਰੋਂ ਆਉਂਦੇ ਨੇ ਅਤੇ ਖਾਸ ਕਰ ਚਲੇ ਕਿੱਥੇ ਜਾਂਦੇ ਨੇ। ਸੁਰੰਗਾਂ ਦੇ ਆਉਣ ਜਾਣ ਦੇ ਰਾਹਾਂ ਦੇ ਭੇਦ ਅਤੇ ਖਾਸ ਕਰ ਉਹਨਾਂ ਦੇ ਬੇਅੰਤ ਖਲਾਰ 200 ਮੀਲ ਤੋਂ ਵੱਧ ਕੰਘੀਨੁਮਾ ਜਾਲ ਦਾ ਕਿਆਸ ਕਰਨਾ ਵੀ ਉਸ ਸਮੇਂ ਅਮਰੀਕਨਾਂ ਲਈ ਔਖਾ ਸੀ। ਸ਼ੱਕੀ ਸੁਰੰਗਾਂ ਅੰਦਰ ਦੱਖਣੀ ਵੀਅਤਨਾਮੀ ਫੌਜੀ ਵਾੜੇ ਗਏ, ਗੈਸ ਛੱਡੀ ਗਈ, ਬਲਡੋਜ਼ਰ ਚਲਾਏ ਗਏ, ਪਰ ਛੋਟੀ ਮੋਟੀ ਸੁਰੰਗ ਤੋਂ
ਅੱਗੇ ਨਹੀਂ ਜਾ ਸਕੇ। ਸੁਰੰਗਾਂ ਦਾ ਬੇਅੰਤ ਪਸਾਰਾ ਉਹਨਾਂ ਦੀ ਅਕਲ ਤੋਂ ਬਹੁਤ ਉੱਤੇ ਸੀ। ਸਕੂਲ, ਰਿਹਾਇਸ਼ੀ ਟਿਕਾਣੇ, ਹਸਪਤਾਲ ਅਤੇ ਮੀਲੋ ਮੀਲ ਸੁਰੰਗਾਂ। ਪੀਣ ਲਈ ਸਾਫ਼ ਸੁਥਰਾ ਪਾਣੀ ਬੌਲੀਆਂ ਦੇ ਅੰਦਰੋਂ ਆਉਂਦਾ ਸੀ। ਸੁਰੰਗਾਂ ਦੇ ਕੋਈ ਨਕਸ਼ੇ ਨਹੀਂ ਸਨ, ਪਰ ਰਹਿਣ ਵਾਲਿਆਂ ਨੂੰ ਸੁੱਤੇ ਹੀ ਰਸਤਿਆਂ ਦੀ ਸਹੀ ਜਾਣਕਾਰੀ ਸੀ। ਇਹ ਵੀ ਨਹੀਂ ਕਹਿ ਸਕਦੇ ਕਿ ਅਮਰੀਕੀ ਫੌਜ ਸੁਰੰਗਾਂ ਤੋਂ ਬਿਲਕੁਲ ਬੇਖਬਰ ਸੀ। ਉਹ ਗਾਹੇ ਬਗਾਹੇ ਖੋਜ ਕਰਦੇ ਰਹਿੰਦੇ ਸਨ। ਜਿੱਥੇ ਕਿਤੇ ਸੁਰੰਗ ਮਿਲਦੀ ਸੀ ਉੱਥੇ ਬੰਬ ਛੱਡਦੇ ਸਨ, ਜ਼ਹਿਰੀਲੀ ਗੈਸ ਅਤੇ ਰੋੜਵਾਂ ਪਾਣੀ ਛੱਡਦੇ ਸਨ। ਸੁੰਗ ਦੇ ਜਰਮਨ ਸ਼ੈਫਰਡ ਕੁੱਤਿਆਂ ਦੀ ਵੱਡੀ ਗਿਣਤੀ ਲਿਆਂਦੀ ਗਈ, ਪਰ ਉਹ ਕੁੱਤੇ ਇੰਨੇ ਭਾਰੇ ਸਨ ਕਿ ਉਹਨਾਂ ਲਈ ਸੁਰੰਗਾਂ ਅੰਦਰ ਖੁੱਲ੍ਹੇ ਚੱਲਣਾ ਅਸੰਭਵ ਸੀ। ਇੱਕ ਕਮਾਂਡਰ ਨੇ ਇਹ ਬਿਆਨ ਦਿੱਤਾ, ਸੁਰੰਗਾਂ ਇੰਨੀਆਂ ਡੂੰਘੀਆਂ ਅਤੇ ਵਲੇਵੇਂਦਾਰ ਨੇ ਕਿ ਇਹਨਾਂ ਨੂੰ ਤਬਾਹ ਕਰਨਾ ਅਸੰਭਵ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਸੁਰੰਗਾਂ ਦੇ ਅਤਿਅੰਤ ਵੱਡੇ ਖਲਾਰ ਦਾ ਗਿਆਨ ਨਹੀਂ ਸੀ। ਅੱਜ ਇਹ ਸੁਰੰਗਾਂ ਕੌਮ ਦੇ ਵਿਰਸੇ ਦਾ ਹਿੱਸਾ ਬਣ ਗਈਆਂ ਹਨ। ਅਸੀਂ ਵੇਖ ਸਕਦੇ ਹਾਂ ਉਹ ਹਾਲ ਕਮਰੇ ਜਿੱਥੇ ਪ੍ਰਚਾਰ ਫਿਲਮਾਂ ਵਿਖਾਈਆਂ ਜਾਂਦੀਆਂ ਸਨ, ਰਸੋਈ ਘਰ ਜਿੱਥੇ ਯਾਤਰੂ ਉਹਨਾਂ ਸਮਿਆਂ ਦੇ ਪਕਵਾਨਾਂ ਨੂੰ ਚੱਖ ਸਕਦੇ ਸਨ ਅਤੇ ਉਹਨਾਂ ਸਮਿਆਂ ਦੀਆਂ ਸੱਚੀਆਂ ਗਥਾਵਾਂ ਸੁਣ ਸਕਦੇ ਹਨ। ਸੁਰੰਗਾਂ ਅੰਦਰ ਵੱਡਿਆਂ ਦੀ ਪ੍ਰਸਤੁਤ ਹੁੰਦੀ ਸੀ। ਪੜ੍ਹਾਈਆਂ ਲਈ ਸਮੇਂ ਸਾਰਣੀ ਨਿਸ਼ਚਿਤ ਸੀ। ਇੱਥੇ ਸ਼ਾਦੀਆਂ ਵੀ ਹੋਈਆਂ, ਹਨੀਮੂਨ ਵੀ ਹੋਏ, ਕਦੇ ਕਦਾਈਂ ਬੱਚੇ ਵੀ ਹੋਏ। ਅੱਜ ਦੇ ਯਾਤਰੂ ਤਾਂ ਖੁੱਲ੍ਹਾ ਸਾਹ ਲੈ ਸਕਦੇ ਹਨ, ਪਰ ਉਹ ਉਹਨਾਂ 18,000 ਦੇਸ਼ ਭਗਤਾਂ ਦੀ ਧਰਤੀ ਹੇਠਾਂ ਦੀ ਸਾਹ ਘੁੱਟਣ ਕਦੇ ਮਹਿਸੂਸ ਨਹੀਂ ਕਰ ਸਕਦੇ, ਜਿਨ੍ਹਾਂ ਵਿੱਚੋਂ ਕੇਵਲ 1/3 ਹੀ ਬਚ ਸਕੇ। ਬਾਕੀ ਦੇ ਅਮਰੀਕਨ ਹਮਲਿਆਂ, ਸੱਪਾਂ, ਚੂਹਿਆਂ ਅਤੇ ਕੀੜਿਆਂ ਦੇ ਹੱਥੋਂ ਮਾਰੇ ਗਏ। ਜੇ ਵੀਅਤਨਾਮ ਜਾਣ ਦਾ ਕਦੇ ਸਬੱਬ ਬਣਿਆ ਤਾਂ ਮੈਂ ਇਹ ਸੁਰੰਗਾਂ ਵੇਖਣ ਦਾ ਅਤੀ ਚਾਹਵਾਨ ਹਾਂ। ਕਿਤਾਬ ਸੱਚ ਦੀ ਭਾਲ ਵਿੱਚ, ਲੇਖਕ ਡਾਕਟਰ ਦਲਜੀਤ ਸਿੰਘ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।